बल बल जाइए ऐसे गुर को बल बल जाइए। बोलो जी आप मुकत मोए तारे, आप मुकत मोए तारे, आप मुकत मोहे तारे, आप मुकत मोहे तारे। ऐसे गुर को बल जाइए, ऐसे गुर को जाइए। नारायण नरपत नमस्कार, ऐसे गुर को बल बल जाइए। आप मुकत मोहि तारे, कवन 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 गुण कहिए, अंत नहीं कछ पारे। लाख 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 कई कोरे को है सो बिचारे। विषम 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 ही पैला दुलार घरे। कौन नानक संतन रस आई है, जो जागूंगा मुस्कारे, जो जागूंगा मुस्कारे। ऐसे गुर को बल बल जाइए, ऐसे गुर को बल बल जाइए। आप मुकत मोए तारे, आप मुकत मोए तारे, आप मुकत मोहे तारे, आप मुकत मोहे तारे। ऐसे गुर को बल बल जाइए जाइए। ऐसे गुर को बल बल जाइए। धन श्री गुरु तेग बहादुर, 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 धन श्री गुरु तेग बहादुर। ऐसे गुर को बल बल जाइए। ऐसे गुर को बल बल जाइए। नौवें महल्ले दे सलोक 44वां। एक भगत भगवान जै प्राणी के नाहे मन। एक भगत भगवान जै प्राणी के नाहे मन। जैसे सूकर सुआन नानक मानो ताहे तन। जैसे सूकर सुआन नानक मानो ताहे तन। एक भगत भगवान, एक भगत भगवान, एक भगत भगवान, एक
ਧੰਨ ਗੁਰੂ ਤੇਗ ਬਹਾਦਰ। ਉਹਨਾਂ ਦੇ ਉਪਦੇਸ਼ ਨੂੰ ਕੋਈ ਥੋੜਾ ਵੀ ਸਮਝ ਲੈ, ਮੇਰੇ ਖਿਆਲ ਨਾਲ ਜੋਤ ਰਲ ਜਾਏਗੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਕਸਦ ਜਨਮ ਲੈਣ ਦਾ ਸਫਲਾ ਹੋ ਜਾਓ। ਏਕ ਭਗਤ ਭਗਵਾਨ, ਇਹਦੇ ਅਰਥ ਸਮਝ ਲਿਓ, ਗਲਤ ਅਰਥ ਨਾ ਹੋ ਜਾਣ। ਉਸ ਭਗਵਾਨ ਦੀ ਭਗਤੀ ਕਰਨ ਲਈ ਤੂੰ ਜਨਮ ਪਾਇਆ। ਏਕ ਭਗਤ ਭਗਵਾਨ ਜੈ ਪ੍ਰਾਨੀ ਕੇ ਨਾਹੇ ਮਨ। ਤੇਰੇ ਮਨ ਵਿੱਚ ਉਸ ਭਗਤੀ ਦਾ ਖਿਆਲ ਹੀ ਕੋਈ ਨਹੀਂ, ਧਿਆਨ ਹੀ ਕੋਈ ਨਹੀਂ। ਦੂਜਿਆਂ ਕੰਮਾਂ ਨੂੰ ਤੂੰ ਇੰਨੀ ਪਹਿਲ ਦੇ ਦਿੱਤੀ। ਏਕ ਭਗਤ ਭਗਵਾਨ ਜੈ ਪ੍ਰਾਨੀ ਕੇ ਨਾਏ ਮਨ। ਉਹ ਭਗਤੀ ਨੂੰ ਮਨ 'ਚ ਹੀ ਨਹੀਂ ਰੱਖਿਆ। ਹੁਣ ਅਗਲੀ ਗੱਲ ਥੋੜੀ ਸਖਤ ਹੈ, ਕਹਿੰਦੇ ਜੈਸੇ ਸ਼ੁਕਰ ਸਵਾਨ। ਸ਼ੁਕਰ ਕਹਿੰਦੇ ਆ ਸੂਰ ਨੂੰ, ਸਵਾਨ ਕਹਿੰਦੇ ਕੁੱਤੇ ਨੂੰ। ਨਾਨਕ ਮਾਨੋ ਤਾਹੇ ਤਨ। ਗੁਰੂ ਤੇਗ ਬਹਾਦਰ ਕਹਿੰਦੇ ਵੀ ਰੱਬ ਦੀ ਕਿਤਾਬ ਵਿੱਚ, ਗੁਰੂ ਦੀ ਕਿਤਾਬ ਵਿੱਚ ਤੂੰ, ਤੇਰਾ ਤਨ ਫਿਰ ਸੂਰ ਤੇ ਕੁੱਤੇ ਵਾਂਗੂ। ਆਖੋ ਸਤਿਨਾਮ। ਜੇ ਤੇਰਾ ਧਿਆਨ ਭਗਤੀ ਵੱਲ ਹੈ ਹੀ ਨਹੀਂ, ਬੰਦਗੀ ਵੱਲ ਹੈ ਹੀ ਨਹੀਂ, ਮਨ ਨੂੰ ਸਮਝਾਉਣ ਲਈ ਕੁਝ ਬਖਸ਼ਿਆਂ ਦੀਆਂ ਗੱਲਾਂ ਪੜ੍ਹਨੀਆਂ ਪੈਣੀਆਂ। ਇਹ ਤਾਂ ਸਮਝ। ਸੰਤ ਜਰਨੈਲ ਸਿੰਘ ਜੀ ਦੇ ਜੰਗਲ ਪਾਣੀ ਹੋ ਕੇ ਆਣ, 5-6 ਵਾਰੀ ਹੱਥ ਧੋਂਦੇ ਸੀ। ਆਖੋ ਸਤਿਨਾਮ। ਤੇ ਸੇਵਾਦਾਰ ਕਹਿੰਦੇ ਜੀ 5-6 ਵਾਰੀ ਕਿਉਂ ਧੋਂਦੇ? ਕਹਿੰਦੇ ਮੈਂ 5-6 ਵਾਰੀ ਧੋਵਾਂਗਾ ਤੇ ਮੈਨੂੰ ਵੇਖਣ ਵਾਲਾ ਜਾਂ ਸੇਵਾਦਾਰ 2 ਵਾਰੀ ਧੋਣਗੇ। ਆਖੋ ਸਤਿਨਾਮ। ਥੋੜੀ ਬਹੁਤੀ ਬੰਦਗੀ ਨਾਲ ਜ਼ਿੰਦਗੀ ਲੱਗ ਜੇ, ਬੰਦਗੀ ਵਾਲਿਆਂ ਲਈ ਕੁਝ ਜ਼ਿਕਰਾਂ ਨੂੰ ਪੜ੍ਹ ਕੇ ਰੰਗ ਲੱਗ ਸਕਦਾ। ਆਖੋ ਸਤਿਨਾਮ। ਪੜ੍ਹ ਕੇ ਬਾਬਾ ਮਹਾਰਾਜ ਸਿੰਘ ਜੀ, ਬਾਬਾ ਨੰਦ ਸਿੰਘ ਜੀ ਨੂੰ ਪੁੱਛਦੇ ਆ ਕਿੰਨਾ ਕਿੰਨੇ, ਕਿਉਂਕਿ 12 ਸਾਲ ਤੇ ਗਿੱਲਾ ਪ੍ਰਸ਼ਾਦਾ ਮਿਲਦਾ ਸੀ ਪਾਣੀ 'ਚ ਡੁਬੋ ਕੇ। ਉਹ ਖਾਣਾ ਤੇ ਦਰਖਤ ਦੇ ਟਾਹਣ ਤੇ ਚੜ ਜਾਣਾ ਤੇ ਮੂਲ ਮੰਤਰ, ਗੁਰ ਮੰਤਰ। ਆਖੋ ਸਤਿਨਾਮ। 12 ਸਾਲ ਇੱਕ ਦਿਨ ਪੁੱਛ ਲਿਆ ਕਿੰਨਾ ਨੇ। ਬਾਬਾ ਨੰਦ ਸਿੰਘ ਜੀ ਹੱਥ ਜੋੜ ਕੇ ਕਹਿੰਦੇ ਤੁਹਾਡੀ ਕਿਰਪਾ ਨਾਲ 22 ਘੰਟੇ। ਆਖੋ ਸਤਿਨਾਮ। ਅਜੇ ਵੀ ਲਿਹਾਜ਼ ਨਹੀਂ। ਬਾਬਾ ਮਹਾਰਾਜ ਸਿੰਘ ਜੀ ਕਹਿੰਦੇ ਨੰਦ ਸਿਆਂ 2 ਘੰਟੇ ਜਿਹੜੇ ਉਹਦਾ ਲੇਖਾ ਤੂੰ ਦੇਗਾ ਕਿ ਮੈਂ? ਆਖੋ ਸਤਿਨਾਮ। ਇਸ਼ਾਰਾ ਸੀ ਉਹ ਵੀ ਸੰਭਾਲਣੇ, ਉਹ ਵੀ। ਉਹ ਮਨਾ ਵੇਖ ਤੂੰ ਕਿੱਥੇ, ਬੰਦਗੀ ਵਾਲੇ ਕਿੱਥੇ। ਆਖੋ ਸਤਿਨਾਮ। ਵੇਖੋ ਸਾਡੇ ਮਾਲਕ ਨੇ ਗੁਰੂ ਤੇਗ ਬਹਾਦਰ ਜੀ, ਉਹਨਾਂ ਦੀ 400 ਸਾਲਾ ਸ਼ਤਾਬਦੀ ਲੰਘੀ ਹੈ ਤੇ ਆਪਾਂ ਲੜੀਵਾਰ 9ਵੇਂ ਮਹੱਲੇ ਦੇ ਅਰਥ ਸ਼ੁਰੂ ਕੀਤੇ ਆ।
ਹੁਣ ਰੋਜ਼ DD1 ਤੇ ਜਿਹੜੇ ਪਹਿਲੇ ਲੱਗੇ ਨੇ ਸ਼ੁਰੂ ਹੋ ਗਏ ਆਣੇ, ਤੁਸੀਂ ਰੋਜ਼ 7:30 ਤੋਂ 8 ਲਾ ਸਕਦੇ ਹੋ। DD1 ਪੰਜਾਬੀ ਜਿਹੜਾ ਗੌਰਮੈਂਟ ਦਾ ਚੈਨਲ ਹੈ, ਉੱਥੇ ਸ਼ੁਰੂ ਹੋ ਗਏ। ਅੱਜ ਮੈਂ ਦੂਜਾ ਭਾਗ ਸੀ, ਦੂਜੇ ਸ਼ਲੋਕ ਦੇ ਅਰਥ। ਸਾਡੇ ਮਾਲਕ ਨੇ ਗੁਰੂ ਤੇਗ ਬਹਾਦਰ ਜੀ, ਉਹ ਕਹਿੰਦੇ ਪਏ ਏਕ ਭਗਤ ਭਗਵਾਨ। ਉਹ ਭਗਵਾਨ ਦੀ ਭਗਤੀ ਇੱਕ ਤੂੰ ਉਧਰ ਵਿਚਾਰ ਹੀ ਨਹੀਂ ਕੀਤੀ, ਜੈ ਪ੍ਰਾਨੀ ਕੇ ਨਾਏ ਮਨ, ਉਧਰ ਧਿਆਨ ਹੀ ਨਹੀਂ ਦੇ। ਗੁੱਸਾ ਨਾ ਕਰੇ। ਇੱਕ ਵੀਜ਼ਾ ਨਹੀਂ ਲੱਗਾ ਤੇ ਬਸ ਸਾਰਾ ਦਿਮਾਗ ਉਹ ਚ ਵੜਿਆ ਪਰਿਵਾਰ ਦਾ ਹੀ। ਆਪੋ ਸਤਿਨਾਮ। ਯਤਨ ਕਰ ਲਓ, ਉਦਮ ਕਰ ਲਓ। ਜੇ ਰਿਜ਼ਕ ਲਿਖਿਆ ਹੋਇਆ ਬਾਹਰ ਤੇ ਲੱਗ ਜੂ, ਨਹੀਂ ਤੇ ਇੱਥੇ ਹੀ। ਇਤਰਾ ਹੀ ਭਗਤੀ ਤੋਂ ਪਾਸੇ ਹੋ ਕੇ ਕਈਆਂ ਦੀ ਸਾਰੀ ਲਾਈਫ ਦੂਜੇ ਮਕਸਦਾਂ 'ਚ ਬੀਤ ਜਾਂਦੀ। ਆਖੋ ਸਤਿਨਾਮ। ਬੀਤ ਜਾਂਦੀ। ਇੱਕ ਯਤਨ ਕਰ ਲਓ, ਜਦੋਂ ਇਕੱਲੇ ਹੋ। ਬੇਨਤੀ ਜੇ ਮੇਰੀ ਵੀ ਅਰਦਾਸ ਕਰਿਓ। ਮੈਂ ਜਦੋਂ ਇਕੱਲੇ ਹੋ ਗੁਰੂ ਨਾਲ ਗੱਲਾਂ ਕਰਿਆ। ਵਾਹਿਗੁਰੂ ਵਾਹਿਗੁਰੂ ਸ਼ਬਦ ਦੀ ਕਮਾਈ, ਇੱਕ ਓਂਕਾਰ ਤੋਂ ਨਾਨਕ ਹੋਸੀ ਵੀ ਸੱਚ ਮੂਲ ਮੰਤਰ ਦੀ ਕਮਾਈ। ਇਹ ਜਦੋਂ ਤੂੰ ਕਰ ਰਿਹਾ ਤੇ ਗੁਰੂ ਨਾਲ ਗੱਲਾਂ ਕਰ ਰਿਹਾ। तेरा नाम सत है, तू करता पुरख है, तू निर्भव है, तू निर्वैर है, तेरी मूर्त काल तो रहते, तू जूना तो रहते है, तू गुरु प्रसाद नाल गुरु की कृपा ना मिलता है। ये गुरु नाल गल्लां होई। मेरी भी अरदास करो जदों आपां इकल्ले होईए। अब वेखो शब्द चल रहा कि गुरु नाल गल्लां करिए। जदों इकट्ठे होईए, जदों तुसीं दो बीबियां इकट्ठियां हो गईयां, चार बीबियां इकट्ठियां हो गईयां, ਜਦੋਂ ਇਕੱਲੇ ਹੋਵੋ ਗੁਰੂ ਨਾਲ ਗੱਲਾਂ ਕਰ ਲਓ, ਜਦੋਂ ਇਕੱਠੇ ਹੋਵੋ ਗੁਰੂ ਦੀਆਂ ਗੱਲਾਂ ਕਰ ਲਓ। ਆਖੋ ਸਤਿਨਾਮ। ਇੱਕ ਜਕਾਰਾ ਦਿਓ ਪਿਆਰ ਨਾਲ ਜੇ ਸਮਝ ਲੱਗ ਗਈ ਗੱਲ। ਸਤਿ ਸ੍ਰੀ ਅਕਾਲ। ਇਕੱਲੇ ਹੋਵੋ ਤੇ ਗੁਰੂ ਨਾਲ ਗੱਲਾਂ। ਜੇ ਦੋ ਚਾਰ ਇਕੱਠੀਆਂ ਹੋ ਗਈਆਂ, ਦੋ ਚਾਰ ਇਕੱਠੇ ਹੋ ਗਏ ਤੇ ਗੁਰੂ ਦੀਆਂ ਗੱਲਾਂ। ਆਖੋ ਸਤਿਨਾਮ। ਗੁਰੂ ਦੀਆਂ। ਗੁਰੂ ਤੇਗ ਬਹਾਦਰ ਮਹਾਰਾਜ ਦੇ ਉਪਦੇਸ਼ ਨੂੰ ਵੀ ਸਰਵਣ ਕਰਨਾ। ਏਕ ਭਗਤ ਭਗਵਾਨ, ਜੈ ਪ੍ਰਾਨੀ ਕੇ ਨਾਏ ਮਨ। ਉਹਨੂੰ ਤੂੰ ਮਨ ਜੀ ਨਹੀਂ ਲੈਂਦਾ ਵੀ ਭਗਤੀ ਭਗਵਾਨ ਦੀ ਕਰਨੀ। ਹੱਦ ਹੋ ਗਈ। ਉਹਨੂੰ ਪਹਿਲ ਹੀ ਨਹੀਂ ਦਿੰਦਾ। ਰੀਝ ਕੇ ਕਰੋ, ਖੀਜ ਕੇ ਕਰੋ, ਕਰੋ ਸ਼ੁਰੂ ਹੋ ਜਾਓ। ਮੈਂ ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੌਣ ਹੈ? ਤੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਅੰਗ ਤੋਂ 50-50 ਵਾਰੀ ਦਰਸ਼ਨ ਹੁੰਦੇ ਨੇ। ਸਿਮਰਨ ਕਰ, ਸਿਮਰਨ ਕਰ, ਸਿਮਰਨ ਕਰ, ਬੰਦਗੀ ਕਰ। ਹੋਰ ਕਿੱਥੋਂ ਪੁੱਛਣਾ? ਗੁਰੂ ਤੇਗ ਬਹਾਦਰ ਜੀ ਦਾ ਉਪਦੇਸ਼ ਵੀ ਵਸਾਓ ਤੇ ਫੈਲ ਵੀ ਲਾਓ। ਲਾਓ ਫੈਲ ਸਾਰੇ। ऐसी दया करो महाराज, नाम ना बिसरे, नाम ना बिसरे। ऐसी दया करो महाराज, नाम ना बिसरे, नाम ना बिसरे। बोलो ऐसी
ये फैल लग रही है। ऐसी दया करो महाराज नाम ना बिसरे, नाम ना बिसरे। ऐसी दया करो महाराज नाम ना बिसरे, नाम ना बिसरे। ऐसी दया हा 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 तुम करो दया मेरे साईं, ऐसी मत दीजिए मेरे ठाकुर जी। सदा सदा तुझ ध्याई, सदा सदा तुझ ध्याई, तुझ ध्याई, तुझ ध्याई, तुझ ध्याई। साडी ते बेनती है गुरु तेग बहादुर जी, डंडा ना ही विखाओ, दोवें हाथ रखो सिर ते ऊंजी जपा लो, आखो सत। डंडा समझदे जरा जिहा डॉक्टर कहता ना सैल घट गए, किन्ना चलिया पिया पंजाब च, आखो सत। डेंगू डेंगू पता नहीं किन्ना सैल चाहिए, 2 लाख 1.5 लाख 1.5-2 लाख चाहिए, तो जे आ जान 40,000 देखो फिर माला चलती कि नहीं, आखो सत। ये डंडा आखो सत, थोड़ी नेड़े जापन लग पी, काम नेड़े है। एक वीर जी कहते मेरा 40,000 रह गया, बस हूँ मैं ग्लूकोज भी चढ़ाना पाया, माला चलती, मैं क्या डंडे ना काबू है, आखो साथ। कहते भी डॉक्टर कहते हम इस तो थले नहीं आने चाहिए, फिर बहुत बड़ा रिस्क है। धन गुरु तेग बहादुर महाराज के चरणों च बेनतियां करियो, सच्चे पातशाह तुहाडे को सारे रस्ते है, डंडे वाला भी रस्ता है, नदर वाला भी है, आखो सतनाम। अपने नदर वाले रस्ते विचों ऐसी दया करो महाराज नाम ना बिसरे, नाम ना बिसरे। सबे गल्ला विसरन, एको विसर ना जा। तंदा सब चलाए के गुरु नाम दिया सच सुआओ। आसा सबे लाहे के इक्का आस कमाओ। जिन्नी सतगुर सेविया तन अगे मिलिया था। सबे गल्ला विसरल, इक्को विसर न जाओ। हाँ जी ऐसी दया करो महाराज नाम ना बिसरे, नाम ना बिसरे। मैं देखिया काम चल भी जाते, पंक्ति आई ना सबे गल्लां विसरन एको विसर ना जाओ। थोड़ा समझाने लिए बोलना पैंदा, उंज नहीं। मैनू एक सज्जन कहता तुहाडा फोन अजकल बंद बड़ा आउंदा, आखो सतनाम। मैं क्या हुण की करिए, एक पासे गुरु का उपदेश है तो एक पासे हुण फोन है, करा की। ये सिर्फ समझाने लिए बोल रहा, कोई दूजी चीज नहीं। आप जी वर्गे लखां आ जाण, उन्हां दी भी असी चरनां दी धूड़ी हाँ, पर
ਜੇ 4-5 ਘੰਟੇ ਬੰਦ ਕਰਦਾ ਵੀ ਹੈ ਕੋਈ ਵੀ ਕੀ ਕਰਾਂ। ਗੁਰੂ ਕਹਿੰਦਾ ਅੱਠੇ ਪੈਰ ਅੱਠੇ ਪੈਰ ਅੱਠੇ ਪੈਰ। ਮੈਂ ਵੇਖਿਆ ਫਿਰ ਜਦੋਂ 4-5 ਘੰਟੇ ਬਾਅਦ ਘੰਟਾ 2 ਖੋਲੀ ਦਾ ਨਾ, ਉਹ ਜਿਨ੍ਹਾਂ ਨੇ ਲੱਭਣਾ ਹੁੰਦਾ ਨਾ ਉਹ 2 ਘੰਟੇ 'ਚ ਆਪੇ ਲੱਭ ਲੈਂਦੇ ਆ। ਕੰਮ ਰੁਕਦਾ ਨਹੀਂ, ਹੋ ਹੀ ਜਾਂਦੇ ਸਾਰੇ। ਆਖੋ ਸਤਿਨਾਮ। ਵੀ ਥੋੜਾ ਜਿਹਾ ਤੂੰ ਇਸ ਬੰਨੇ ਤੋਰ, ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾ, ਇੱਕ ਨਾ ਵਿਸਰ। ਕਈ ਵਾਰੀ ਤੂੰ ਫੋਨ ਸੁਣ ਕੇ ਐਡਾ ਵਧੀਆ ਨਹੀਂ ਕਰਨਾ। ਤੂੰ ਫੋਨ ਬੰਦ ਕਰਕੇ ਜੇ ਤੂੰ ਸੁੱਤਾ ਤੇ ਫਿਰ ਤੇ ਪਖੰਡ ਹੋ ਗਿਆ। ਜੇ ਤੂੰ ਦੁਨਿਆਵੀ ਚੀਜ਼ ਕਿਸੇ ਮਸਲੇ ਤੇ ਪਖੰਡ ਹੋ ਗਿਆ। ਜੇ ਤੂੰ ਵਾਕਈ ਸਾਈਂ ਦੇ ਪਿਆਰ 'ਚ ਬੈਠਾ ਤੇ ਤੇਰੇ ਫੋਨ ਸੁਣਨਾ ਸ਼ਾਇਦ ਐਡਾ ਵਧੀਆ ਨਹੀਂ ਹੋਣਾ ਕਿ ਫੋਨ ਸੁਣਨ ਤੋਂ ਬਗੈਰ ਜਿਹੜਾ ਉਹਨਾਂ ਨੇ ਆਪਣੇ ਆਪ ਕੋਈ ਕਰ ਲੈਣਾ ਤੇ ਬਾਅਦ 'ਚ ਦੱਸ ਦਿਆਂਗੇ ਭਾਜੀ ਨੂੰ। ਉਹ ਕਈ ਵਾਰੀ ਆਪਣੇ ਸੁਣਨ ਤੋਂ ਵੀ ਵਧੀਆ ਹੋ ਜਾਂਦਾ। ਕਿਉਂ? ਉਹਦੇ ਵਿੱਚ ਪਰਮੇਸ਼ਰ ਗੁਰੂ ਦੇ ਨਾਮ ਦੀ ਬਰਕਤ ਪੈ ਜਾਂਦੀ, ਉਹ ਪੈ ਜਾਂਦੀ। ਇਹਦੀ ਬੱਚੇ ਨੇ ਪੰਕਤੀ ਚੁੱਕੀ ਵੀ, ਇਹ ਬੜੀ ਵੱਡੀ ਪੰਕਤੀ ਹੈ, ਛੋਟੀ ਨਹੀਂ। ਸਭੇ ਗੱਲਾਂ ਵਿਸਰ ਕੋਈ ਨਹੀਂ, ਕੋਈ ਬਾਕੀ ਕੰਮ ਮਾੜਾ ਮੋਟਾ ਪਿੱਛੇ ਪੈਂਦਾ ਪੈ, ਉਹ ਇੱਕ ਉਹ ਨਾ ਵਿਸਰ। ਇਹ ਭਾਈ ਵੀਰ ਸਿੰਘ ਨੇ ਕਿਹਾ ਸੀ ਆਪਣੇ ਸਾਥੀ ਨੂੰ, ਆਪਣੇ ਸਾਥੀ ਉਹਨਾਂ ਦੀ ਪਤਾ ਨਹੀਂ ਕੀ ਕਿਰਤ ਸੀ। ਤੇ ਉਹ ਕਹਿੰਦੇ ਜਦੋਂ ਮੈਂ ਉਹ ਕਿਰਤ 'ਚ ਦਿਮਾਗ ਲਾਨਾ ਨਾ ਮੈਨੂੰ ਵਿਸਰ ਜਾਂਦਾ। ਤੇ ਭਾਈ ਸਾਹਿਬ ਕਹਿੰਦੇ ਵੀ ਵਿਸਰਨਾ ਨਹੀਂ, ਉਹ ਜਿਹੜਾ ਕੰਮ ਕਿਰਤ ਦਾ ਤੂੰ ਘੰਟੇ 'ਚ ਕਰ ਰਿਹਾ ਉਹਨੂੰ ਸਲੋ ਕਰ ਲੈ, ਉਹਦੀ ਚਾਲ ਸਲੋ ਕਰ ਲੈ, ਉਹਨੂੰ 2 ਘੰਟੇ 'ਚ ਕਰ ਲੈ, ਪਰ ਨਾਮ ਨਾਲ ਸ਼ਾਮਲ ਕਰਨਾ। ਨਾਮ ਵਾਲੇ ਬੰਨੇ ਉਹ ਲਿਹਾਜ਼ ਨਹੀਂ ਹੈ, ਲਿਹਾਜ਼ ਨਹੀਂ। ਇਹਨੂੰ ਕਹਿੰਦੇ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ। ਇੱਕ ਜ਼ਿੰਦਗੀ ਦਾ ਏਮ ਹੋਰ ਮਾੜਾ ਮੋਟਾ ਕੋਈ ਵਿਸਰਦਾ ਪਿੱਛੇ ਪੈਂਦਾ, ਪਾ ਲੈ ਕੋਈ ਗੱਲ ਨਹੀਂ, ਬਸ ਉਹ ਇੱਕ ਨੂੰ ਨਾ ਵਿਸਰ। ਦੇਖੋ ਮੈਂ ਫਿਰ ਬੋਲਦਾ ਜੇ, ਗੁਰੂ ਤੇਗ ਬਹਾਦਰ ਜੀ ਕਹਿ ਰਹੇ, ਜਿਨ੍ਹਾਂ ਦੀ 400 ਸਾਲਾ ਸ਼ਤਾਬਦੀ ਮਨਾ ਰਹੇ, ਏਕ ਭਗਤ ਭਗਵਾਨ ਜੈ ਪ੍ਰਾਨੀ ਕੇ। ਇੱਕ ਭਗਤੀ ਤੇਰੇ ਮਨ 'ਚ ਨਹੀਂ ਆਈ ਯਾਰ, ਹੱਦ ਹੋ ਗਈ। ਗੁਰੂ ਤੇਗ ਬਹਾਦਰ ਜੀ ਕਹਿੰਦੇ ਐਸੀ ਦਇਆ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਭਾਈ ਜਾਨ ਆਪਣਾ ਕੰਮ ਲੰਬਾ ਹੋ ਜਾਂਦਾ, ਮਾੜਾ ਜਿਹਾ ਕੰਟਰੋਲ ਕਰਦੇ ਆਂ ਵੀ। ਭਾਈ ਨੰਦ ਲਾਲ ਜੀ ਕਹਿੰਦੇ ਮੈਂ ਇੱਕ ਦਿਨ ਬੈਠੇ ਬੈਠੇ ਸੋਚਿਆ, ਇਹ ਤੁਸੀਂ ਕੀ ਸੋਚਿਓ? ਮੈਨੂੰ ਬੜੀ ਗੱਲ ਵੱਜੀ। ਕਹਿੰਦੇ ਮੈਂ ਇੱਕ ਦਿਨ ਬੈਠੇ ਬੈਠੇ ਸੋਚਿਆ ਮੈਂ ਆਇਆ ਕਿਉਂ? ਆਖੋ ਸਤਿਨਾਮ। ਕਿਉਂ ਆਇਆ? ਬੱਚੇ ਜੰਮਣ ਆਇਆ ਕਿ ਵਿਆਹ ਕਰਾਉਣ ਆਇਆ ਕਿ ਖਾਣ ਪੀਣ ਆਇਆ? ਵੀ ਮੈਨੂੰ ਜਨਮ ਲੈਣ ਦਾ ਮਕਸਦ ਕੀ? ਆਖੋ ਸਤਿਨਾਮ। ਭਾਈ ਨੰਦ ਲਾਲ ਜੀ ਕਹਿੰਦੇ ਇੱਕ ਦਿਨ ਮੈਂ ਨਾ ਸੋਚੀ ਗਿਆ, ਮਕਸਦ ਕੀ ਆਉਣ ਦਾ? ਮਕਸਦ ਕੀ? ਬਸ ਇਹੀ। ਗੁਰੂ ਸਾਹਿਬ ਦੇ ਸਹਿਜ ਪਾਠ ਕਰੋ, ਕਹਿੰਦੇ ਐਸੇ ਘਰ ਹਮ ਬਹੁਤ ਵਸਾਏ। ਇਹੋ ਜਿਹੇ ਘਰ ਤੂੰ ਕਈ ਜਨਮ ਵਸਾ ਬੈਠਾ। ਆਖੋ ਸਤਿਨਾਮ। ਕਈ ਵਾਰੀ ਤੇਰੀਆਂ ਨੂੰਹਾਂ ਆਈਆਂ ਨੇ, ਕਈ ਵਾਰੀ ਤੇਰੇ ਪੋਤਰੇ ਪੜਪੋਤਰੇ ਆਏ ਨੇ, ਫਿਰ ਤੂੰ ਮਰ ਗਿਆ, ਫਿਰ ਜਨਮ ਲੈ ਲਿਆ। ਇਹ ਕੋਈ ਪਤਾ ਨਹੀਂ ਹੁੰਦਾ, ਇਹ ਕੋਈ ਪਤਾ ਨਹੀਂ ਹੁੰਦਾ। ਅੱਜ ਜਿਹੜਾ ਤੇਰਾ ਪਤੀ ਹੈ, ਪਤਾ ਨਹੀਂ ਅਗਲੇ ਜਨਮ ਪੁੱਤਰ ਬਣ ਕੇ ਵੀ ਤੇਰੇ ਘਰ ਆ ਸਕਦਾ। ਆਖੋ ਸਤਿਨਾਮ। ਇਹ ਉਹਦੀ ਲੀਲਾ ਹੈ। ਅਰਜਨ ਨੇ ਕਿਹਾ ਸੀ ਜੰਗ ਦੇ ਮੈਦਾਨ 'ਚ, ਦੂਜੀ ਧਿਰ ਦਾ ਨਾਮ ਭੁੱਲ ਗਿਆ ਮੈਨੂੰ, ਉਹਨਾਂ ਵਿਰਾਗ ਬੜਾ ਕੀਤਾ ਪੁੱਤਰ ਦਾ ਜਦੋਂ ਵਿਛੋੜਾ। ਉਹ ਫਿਰ ਅਰਜਨ ਕਹਿੰਦਾ ਕਈ ਵਾਰੀ ਇਹਦਾ ਪਿਓ ਤੂੰ ਬਣਿਆ, ਤੇਰਾ ਬਣਿਆ, ਇਹਦੇ ਆਣ ਜਾਣ ਬੜੇ ਚਿਰ ਦਾ ਲੱਗਾ ਹੋਇਆ। ਆਖੋ ਸਤਿਨਾਮ। ਇਹ ਘਰ ਤੇ ਬੜੀ ਵਾਰੀ ਵਸਾਏ। ਭਾਈ ਨੰਦ ਲਾਲ ਜੀ ਕਹਿੰਦੇ ਵੀ ਇੱਕ ਵਾਰੀ ਮੈਂ ਸੋਚੀ ਪੈ ਗਿਆ ਮੇਰੇ ਆਉਣ ਦਾ ਮਕਸਦ ਕੀ ਹੈ? ਇਹੀ। ਉਹ ਫਿਰ ਜੋ ਉਹਨਾਂ ਨੇ ਕਲਮ ਚੁੱਕੀ ਤੇ ਲਿਖਿਆ, ਸੁਣਿਓ। ਕਹਿੰਦੇ ਮੈਨੂੰ ਤੇ ਆਹ ਨਜ਼ਰ ਆਇਆ, ਭਗਤੀ ਤੇਰੀ ਦੀ ਤਾਂਗ ਸਾਨੂੰ। ਇਹ ਉਹਨਾਂ ਨੇ ਫਾਰਸੀ 'ਚ ਕਿਹਾ ਤੇ ਮੈਂ ਪੰਜਾਬੀ 'ਚ ਬੋਲ ਰਿਹਾ, ਸੌਖਾ ਪਤਾ ਲੱਗ ਜਾਏ। ਭਗਤੀ ਤੇਰੀ ਦੀ ਤਾਂਗ ਸਾਨੂੰ, ਇਸ ਸਰੀਰੇ ਲਿਆਈ ਮੇਰੇ ਮਾਈ, ਮੇਰੇ ਮਾਈ।
ਇਸ ਸਰੀਰੇ ਲਿਆਈ मेरे माई मेरे माई ਹਵਾਏ ਬੰਦਗੀ ਅਮਰੂਦ ਦਰ ਮੌਜੂਦ ਮਰਾ। ਇਹ ਫਾਰਸੀ ਜੀ। ਹੁਣ ਇਹ ਆਪਾਂ ਨੂੰ ਨਹੀਂ ਪਤਾ ਲੱਗਦੀ ਨਹੀਂ, ਮੈਨੂੰ ਵੀ ਤੁਹਾਨੂੰ ਵੀ। ਵਗਰਨਾ ਜੋ ਕੀ ਚੁਨਈਆ ਮਦਨ ਨਖੂਦ ਮਰਾ। ਇਹ ਫਾਰਸੀ ਚ ਬੋਲਿਆ, ਮੈਂ ਇਹਨੂੰ ਪੰਜਾਬੀ ਚ ਆਪ ਜੀ ਅੱਗੇ ਰੱਖ ਰਿਹਾ ਵੀ ਭਾਈ ਨੰਦ ਲਾਲ ਕਹਿੰਦੇ ਵੀ ਇੱਕ ਦਿਨ ਮੈਂ ਸੋਚਿਆ ਮੇਰੇ ਆਉਣ ਦਾ ਮਕਸਦ ਕੀ, ਤੇ ਆ ਨਜ਼ਰ ਆਇਆ ਭਗਤੀ ਤੇਰੀ ਦੀ ਤੰਗ ਅਸਾਂ ਨੂੰ ਇਸ ਸਰੀਰੇ ਲਿਆਈ ਮੇਰੇ ਮਾਈ मेरे माई ਭਗਤੀ ਤੇਰੀ ਦੀ ਤੰਗ ਅਸਾਂ ਨੂੰ ਇਸ ਸਰੀਰੇ ਲਿਆਈ ਮੇਰੇ ਮਾਈ मेरे माई ਅਗਲੀ ਲਾਈਨ 'ਚ ਕੀ ਕਹਿੰਦੇ, ਨਹੀਂ ਤਾਂ ਕਿਸੇ ਲੋੜ ਆਵਣ ਦੀ, ਨਹੀਂ ਤਾਂ ਕਿਸੇ ਲੋੜ ਆਵਣ ਦੀ ਜਿਸ ਪਿੱਛੇ ਉਠਤਾਈ ਮੇਰੇ ਮਾਈ मेरे माई ਨਹੀਂ ਤਾਂ ਕਿਸੇ ਲੋੜ ਆਵਣ ਦੀ ਜਿਸ ਪਿੱਛੇ ਉਠਤਾਈ मेरे माई मेरे माई ਪੰਜਾਬੀ ਜੀ ਬੋਲਣ ਕਰਕੇ ਅਰਥ ਹੋ ਗਏ ਸਾਂਝੇ। ਭਗਤੀ ਤੇਰੀ ਕਹਿੰਦੇ ਮੈਂ ਸੋਚਿਆ ਆਇਆ ਕਿਉਂ, ਕਹਿੰਦੇ ਭਗਤੀ ਤੇਰੀ ਦੀ ਤਾਂਗਾ ਸਾਨੂੰ ਇਸ ਸਰੀਰੇ ਲਿਆਈ ਮੇਰੇ ਮਾਈ ਮੇਰੇ ਮਾਈ, ਨਹੀਂ ਤਾਂ ਕਿਸੇ ਲੋੜ ਆਉਣ ਦੀ। ਬੱਚਿਆਂ ਨੂੰ ਜਨਮ ਕਈ ਜਨਮ ਦੇ ਚੁੱਕਾ ਤੂੰ, ਇਹੋ ਜਿਹੇ ਘਰ ਕਈ ਜਨਮ ਬਣਾ ਚੁੱਕਾ ਤੂੰ। ਭਾਈ ਪ੍ਰਾਪਤ ਮਨ ਹੁਦੇ ਹੋ ਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਪਰੀ ਆਇਆ ਵੇ। ਭਾਈ ਨੰਦ ਲਾਲ ਜੀ ਕਹਿੰਦੇ ਜਦੋਂ ਮੈਂ ਆਉਣ ਦਾ ਮਕਸਦ ਸੋਚਦਾ ਤੇ ਭਗਤੀ ਤੇਰੀ ਤਾਂ ਸਾਨੂੰ ਇਹ ਸਰੀਰ ਲਿਆਈ ਮੇਰੇ ਮਾਈ, ਨਹੀਂ ਤਾਂ ਕਿਸੇ ਲੋੜ ਆਵਣ ਦੀ ਜਿਸ ਪਿੱਛੇ ਉੜਤਾਈ ਮੇਰੇ ਮਾਈ। ਸੁਣਿਓ ਇੱਕ ਭਾਈ ਨੰਦ ਲਾਲ ਜੀ, ਉਮਰ ਚੰਗੇਰੀ ਉਹ ਹੈ ਜਿਹੜੀ ਅੰਦਰ ਯਾਦ ਵਿਖਾਏ, ਉਮਰ ਚੰਗੇਰੀ ਉਹ ਹੈ ਜਿਹੜੀ ਅੰਦਰ ਯਾਦ ਵਿਖਾਏ, ਨੀਲੇ ਇਸ ਆਕਾਸ਼ੋਂ ਨਹੀਂ ਤਾਂ ਕੀ ਕੁਝ ਲਾਭ ਉਠਾਏ। ਜਿਸ ਦਮ ਪ੍ਰੀਤਮ ਯਾਦ ਨਾ ਆਵੇ, ਭਾਈ ਨੰਦ ਲਾਲ ਜੀ, ਤੁਰੰਤ ਕਾਲ ਮਰ ਜਾਈਦਾ। ਜਿਸ ਦਮ ਪ੍ਰੀਤਮ ਯਾਦ ਨਾ ਆਵੇ, ਦੇਖੋ ਛੋਟੀ ਗੱਲ ਨਾ ਸਮਝਿਓ। ਆਰਡਰ ਆਫ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦਾ ਆਰਡਰ ਸੀ। ਭਾਈ ਨੰਦ ਲਾਲ ਜੀ ਇਹੋ ਜੀ ਰਚਨਾਵਾਂ ਲਿਖਦੇ ਨੇ, ਭੇਜੇ ਕਵੀ ਨੇ। ਇਹਨਾਂ ਦੀ ਰਚਨਾਵਾਂ ਅਰਥਾਂ ਸਮੇਤ ਸੰਗਤ ਵਿੱਚ ਕਥਾ ਕਰ ਸਕਦੇ ਹੋ। ਆਖੋ ਸਤਿਨਾਮ। ਇਹ ਸਾਰੇ ਕਵੀਆਂ ਨੂੰ ਮਾਣ ਨਹੀਂ ਸੀ। ਭਾਈ ਨੰਦ ਲਾਲ ਜੀ ਦੀ ਰਚਨਾਵਾਂ ਦੀ ਕਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਚ ਹੁੰਦੀ ਸੀ। ਆਖੋ ਸਤਿਨਾਮ। ਉਹ ਅਸਰ ਹੈ। ਜਿਸ ਦਮ ਪ੍ਰੀਤਮ ਯਾਦ ਨਾ ਆਵੇ ਤੁਰੰਤ ਕਾਲ ਮਰ ਜਾਈਦਾ। ਬਿਨ ਸਿਮਰਨ ਤੋਂ ਜੀਵਨ ਵਾਂਗ ਸੁਝੇ ਮੈਲ ਵਿਖਾਈਦਾ। ਸੁਝਾ ਮੈਲ ਵੇਖਿਆ ਜੇ ਕੋਈ ਮੈਲ ਹੋਵੇ ਤੇ ਸੁਣਨਾ ਪਿਆ ਹੋਵੇ, ਬੰਦਾ ਬੰਦੇ ਦੀ ਯਾਦ ਨਾ ਹੋਵੇ, ਕਈ ਮਹੀਨੇ ਸਫਾਈ ਨਾ ਹੋਈ ਹੋਵੇ, ਕਹਿੰਦੇ ਸਰੀਰ ਬਿਨਾ ਸਿਮਰਨ ਤੋਂ ਉਤਨਾ ਦੇ ਮਹਿਲ ਵਰਗਾ ਜਿਵੇਂ ਸੁੰਨਾ ਮਹਿਲ ਹੈ। ਆਖੋ ਸਤਿਨਾਮ।
ऐसी दया करो महाराज नाम ना बिसरे नाम ना बिसरे, ऐसी दया करो महाराज नाम ना बिसरे, नाम ना बिसरे। ਉਹ ਕੰਧਾਂ ਪਾਣ ਨਹੀਂ ਆਏ, ਜਪਣ ਲਈ ਆਏ ਆ। ਬੰਦਗੀ ਵੱਲ ਧਿਆਨ ਰੱਖੀ। ਇੱਕ ਦਿਨ ਨਾ ਜੀ ਲੋਕ ਵਚਨ ਨੇ ਕਰਕੇ ਸਮਾਪਤੀ। ਗੁਰੂ ਗੋਬਿੰਦ ਸਿੰਘ ਲਾੜ ਬੜਾ ਕਰਦੇ ਸੀ ਭਾਈ ਨੰਦ ਲਾਲ ਜੀ ਨਾਲ। ਗੁਰੂ ਗੋਬਿੰਦ ਸਿੰਘ ਜੀ ਕਵੀ ਬੈਠੇ ਸੀ ਤੇ ਮਹਾਰਾਜ ਕਹਿੰਦੇ ਵੀ ਕਿ ਗੱਲ ਦੱਸੋ ਕਵੀਓ। ਜੀ ਹੁਕਮ ਜੀ। ਕਹਿੰਦੇ ਜਦੋਂ ਬੱਦਲ ਆਉਂਦੇ ਆਕਾਸ਼ ਦਾ ਰੰਗ ਕਾਲਾ ਕਿਉਂ ਹੋ ਜਾਂਦਾ? ਆਖੋ ਸਤਿਨਾਮ। ਬਾਜਾਂ ਲੈ ਕਹਿੰਦੇ ਹੰਸਰਾਜ ਕਵੀ ਨੇ ਜਵਾਬ ਦਿੱਤਾ, ਤਸੱਲੀ ਨਹੀਂ ਹੋਈ। ਕਾਲੀਦਾਸ ਕਵੀ ਨੇ ਜਵਾਬ ਦਿੱਤਾ, ਤਸੱਲੀ ਨਹੀਂ। ਚੰਦਨ ਕਵੀ ਨੇ, ਜਮਾਲ ਹੁਸੈਨ ਨੇ, ਸੁਦਾਮਾ ਨੇ, ਇਹ ਕਵੀ ਸੀ ਮਹਾਰਾਜ ਦਾ। ਕਰਦੇ ਕਰਦੇ ਵਾਰੀ ਆ ਗਈ ਭਾਈ ਨੰਦ ਲਾਲ ਜੀ। ਭਾਈ ਨੰਦ ਲਾਲ ਜੀ ਤੁਸੀਂ ਦੱਸੋ, ਬੱਦਲ ਆਉਣ ਤੇ ਅਸਮਾਨ ਦਾ ਰੰਗ ਕਾਲਾ ਹੋ ਜਾਂਦਾ? ਆਖੋ ਸਤਿਨਾਮ। ਬੱਦਲ ਆਉਣ ਅਸਮਾਨ ਦਾ ਰੰਗ ਕਾਲਾ ਹੋ ਜਾਂਦਾ? ਭਾਈ ਨੰਦ ਲਾਲ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮੇਰੇ ਤੜਫਦੇ ਹਿਰਦੇ ਵਿੱਚੋਂ, ਇਹ ਗੱਲ ਧਿਆਨ ਨਾਲ ਸੁਣਿਓ ਜਵਾਬ, ਮੇਰੇ ਵਿਛੋੜੇ ਵਾਲੇ ਹਿਰਦੇ ਵਿੱਚੋਂ। ਬੰਦਗੀ ਦਾ ਸ਼ੌਂਕ ਹੈ, ਅੱਠੇ ਪੈਰ ਚੱਲਦੀ ਨਹੀਂ, ਵਿਛੋੜਾ ਪੈ ਜਾਂਦਾ। ਭਾਈ ਨੰਦ ਲਾਲ ਜੀ ਕਹਿੰਦੇ ਮੇਰੇ ਵਿਛੋੜੇ ਵਾਲੇ ਹਿਰਦੇ ਵਿੱਚੋਂ ਜਦੋਂ ਹੋਕੇ ਨਿਕਲਦੇ ਆ ਨਾ, ਹੋਕੇ, ਇਹ ਮਹਾਰਾਜ ਉਹਨਾਂ ਹੋਕਿਆਂ ਨਾਲ ਅਸਮਾਨ ਦਾ ਰੰਗ ਕਾਲਾ ਹੋ ਜਾਂਦਾ। ਕਹਿੰਦੇ ਗੱਜ ਕੇ ਸਤਿਨਾਮ। ਨੰਦ ਲਾਲ ਜੀ ਜਰਾ ਖੁੱਲ ਕੇ ਸੁਣਾਓ। ਦੁਬਾਰਾ ਬੋਲੇ, ਰਸ ਬੜਾ ਸੀ ਬੋਲਣ। ਕਹਿੰਦੇ ਪਿਤਾ ਜੀ, ਸੁਣਿਓ ਜਰਾ ਦੂਜੀ ਵਾਰੀ। ਪਿਤਾ ਜੀ ਮੇਰੇ ਪੱਲੇ 'ਚ ਨਾਮ ਨਹੀਂ ਹੈ, ਮੇਰੇ ਪੱਲੇ 'ਚ ਨਾਮ ਨਹੀਂ ਹੈ। ਉਹ ਜਿਹੜਾ ਵਿਛੋੜੇ ਦੇ ਹਿਰਦੇ ਵਿੱਚੋਂ ਹੋਕੇ ਨਿਕਲਦੇ ਆ ਨਾ, ਇਹ ਹੋਕਿਆਂ ਨਾਲ ਰੰਗ ਕਾਲਾ ਹੋ ਜਾਂਦਾ। ਬੜਾ ਹੀ ਖੁਸ਼ ਗੁਰੂ ਗੋਬਿੰਦ ਸਿੰਘ ਕਹਿੰਦੇ ਨੰਦ ਲਾਲ ਜੀ ਨਾਲੇ ਜਵਾਬ ਲਾਤਾ ਜੇ, ਨਾਲੇ ਫੈਲ ਲਾਤੀ ਜੇ। ਆਖੋ ਸਤਿਨਾਮ। ਕਹਿੰਦਾ ਮਹਾਰਾਜ ਮੇਰੇ ਪੱਲੇ 'ਚ ਨਾਮ ਨਹੀਂ ਹੈ, ਉਹ ਮੇਰੇ ਜਦੋਂ ਤੜਪਦੇ ਹਿਰਦੇ 'ਚੋਂ ਹੋਕੇ ਨਿਕਲਦੇ ਆ, ਉਹਦੇ ਨਾਲ ਅਸਮਾਨ ਦਾ ਰੰਗ ਕਾਲਾ ਹੋ ਜਾਂਦਾ। ਮੇਰੇ ਪੱਲੇ 'ਚ ਨਾਮ ਪਾ ਦਿਓ। ਆਖੋ ਸਤਿਨਾਮ। ਨਾਮ ਪਾ ਦਿਓ। ਅੰਬਰ ਕਾਲਾ ਇਤ ਬਿਦ ਹੋਇਆ। ਮੈਂ ਤਾਂ ਮਾੜੀ ਜਿਹੀ ਲਾਈਨ ਸੁਣਾ ਵੀ ਤਸੱਲੀ ਹੋ ਜਾਏ ਵੀ ਭਾਈ ਨੰਦ ਲਾਲ ਜੀ ਨਾਲ ਵਾਕਈ ਗੱਲਬਾਤ ਹੋਈ ਹੈ। ਆਖੋ ਸਤਿਨਾਮ। ਅੰਬਰ ਕਾਲਾ ਇਤ ਬਿਦ ਹੋਇਆ, ਅਸਾਂ ਦਰਦ ਵੰਡਾਂ ਦੇ ਆਹੀ। ਉਹ ਦਰਦ ਵਿੱਚ ਜਿਹੜੀ ਆਹ ਨਿਕਲੀ ਹੈ ਨਾ, ਉਹ ਹੋਕਿਆਂ ਨੇ ਕਾਲਾ ਕੀਤਾ। ਆਖੋ ਸਤਿਨਾਮ। ਤੁਸੀਂ ਕਿਰਪਾ ਕਰੋ ਨਾ ਮਹਾਰਾਜ, ਸਾਡੇ ਦਰਦ ਨੂੰ ਦੂਰ ਕਰੋ, ਸਾਡੀ ਫੈਲ ਮਨਜ਼ੂਰ ਕਰੋ। ਅੰਬਰ ਕਾਲਾ ਇਤ ਬਿਦ ਹੋਇਆ, ਰੰਗਸ ਕਬੂਲ ਕਰਨ ਦੇ ਦਿਲ ਪੂਰ ਸਰਾਰੇ ਸਾਖਤ। ਇਹ ਫਾਰਸੀ ਹੈ, ਉਹ ਲਾਈਨ ਫਾਰਸੀ ਬੋਲੀ ਜਾ ਰਹੀ। ਅੱਜ ਬਾਸ ਕੇ ਦੂਤ ਆਂਗੇ ਮਨ ਅਸ ਅਸਮਾਨ, ਕੁਝ ਛਤਰ ਵੀ ਅਸਮਾਨ 'ਚ ਰੰਗ ਤਾਂ ਕਾ।
ਅੰਬਰ ਕਾਲਾ ਇਤਮਿਨ ਹੋਇਆ ਅਸਾਂ ਦਰਦਵੰਤਾਂ ਦੇ ਆਹੀ ਐਸੀ ਦਇਆ ਕਰੋ ਮਹਾਰਾਜ ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਲਾਓਗੇ ਇੱਕ ਮਿੰਟ ਪਹਿਰਾ ਜੀ, ਲਾ ਦਿਓ। ਸੰਗਤ ਦੀ ਆਵਾਜ਼ ਆਵੇ ਸਾਰੀ ਸਾਰੀ ਥੋੜੀ ਢਿੱਲੀ ਜੇ ਆਵਾਜ਼ ऐसी दया करो महाराज नाम न विसरे, दया करो ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਗੁਣ ਗਾਵਾਂ ਨਿਤ ਨਿਤ ਸਦ ਹਰ ਕੇ, ਮਨ ਜੀਵੇ ਨਾਮ ਸੁਨ ਤੇਰਾ। ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ, ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ। ਤਿਤ ਵੇਲੇ ਮਰ ਜਾਏ ਜੀਉ ਮੇਰਾ। ਗੁਰੂ ਗੋਬਿੰਦ ਸਿੰਘ ਜੀ ਬੈਠੇ ਸਾਡਾ ਭਲਾ ਕਰਦੇ ਸੀ। ਕਵੀਆਂ ਨੂੰ ਕਹਿੰਦੇ ਐ ਸਭ ਤੋਂ ਵੱਡਾ ਗਮ ਕਿਹੜਾ ਹੈ ਤੇ ਸਭ ਤੋਂ ਵੱਡੀ ਖੁਸ਼ੀ ਕਿਹੜੀ ਹੈ? ਆਖੋ ਸਤਿਨਾਮ। ਕੀ ਸੀਨ ਹੋਣਗੇ, ਕੀ ਆਨੰਦਪੁਰ ਦੀਆਂ ਪਹਾੜੀਆਂ, ਕੀ ਉਹ ਸੀਨ ਹੋਣਗੇ। ਸਾਡਾ ਪਿਓ ਬੈਠਾ ਹੋਇਆ, ਕਿਆ ਪਤਾ ਤੁਹਾਡੇ ਚੋਂ ਵੀ ਕਿਹੜਾ ਕਿਹੜਾ ਉੱਥੇ ਕੋਲ ਹੋਵੇ। ਆਖੋ ਸਤਿਨਾਮ। ਤੁਰਿਆ ਤੇ ਆਈ ਜੇ ਰਿਹਾ ਖਾਤਾ ਪਿਛਲੇ पूर्व जन्म हम तुमरे से दीवाने हो जाओ। गुरु गोबिंद सिंह जी का जिथे ना आवे अश अश कर उठे मन, दीवाने हो जाओ। तू साई है साडा, सारी सृष्टि दे तेरे वर्गा कोई नहीं। गुरु गोबिंद सिंह महाराज आप जी दियां सिफतां पिछे सच्चाई है, मकसद नहीं कोई, सच्चाई है। मकसद ते भी होणगे पर सच्चाई है। आ गई मौज कवियां नूं कहंदे दसो भी सब तो बड़ा गम केड़ा ते सब तो बड़ी खुशी केड़ी। हाय हाय हाय। हंसराज ने जवाब दिता, कालीदास, चंदन, जमाल, हुसैन, सुदामा, होर कवि, हीर कवि होर। भाई नंद लाल जी तुसी दसो सब तो बड़ा गम केड़ा है ते सब तो बड़ी खुशी। ये सुन लो तुहानू काम आऊगा। भाई नंद लाल जी कहते उन्होंने लफज वरत्या जी गफलत।
ਕਹਿੰਦੇ ਨਿਤਨੇਮ ਪਿਆ ਹੋਵੇ, ਗਫਲਤ ਹੋਵੇ ਕਰਨ ਤੇ ਚਿੱਤ ਨਾ ਕਰੇ। ਆਖੋ ਸਤਿਨਾਮ। ਗੱਲ ਸੁਣਨੇ ਬੜੀ ਇੰਨੇ ਘੰਟੇ ਸਿਮਰਨ ਕਰਨਾ, ਅਜੇ ਉਹ ਕੀਤਾ ਨਹੀਂ, ਪਰ ਗਫਲਤ ਹੋਵੇ, ਬਹਿਣ ਤੇ ਦਿਲ ਹੀ ਨਾ ਕਰੇ, ਨਿਤਨੇਮ ਤੇ ਦਿਲ ਹੀ ਨਾ ਕਰੇ। ਜੋ ਰੂਟੀਨ ਉਸ ਪਾਸੇ ਮਨ ਗਫਲਤ ਕਰੇ ਪ੍ਰਮਾਤਮਾ ਦੇ ਭਜਨ ਤੋਂ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਧਰਤੀ ਤੇ ਇਸ ਤੋਂ ਵੱਡਾ ਕੋਈ ਗਮ ਨਹੀਂ ਉਸ ਬੰਦੇ ਲਈ। ਦੇਖੋ ਕਿੱਥੇ ਜਵਾਬ ਦਿੱਤਾ ਲਿਆ ਕੇ, ਵੀ ਜਦੋਂ ਤੇਰਾ ਆਪਣੇ ਨਿਤਨੇਮ ਵੱਲੋਂ ਗਫਲਤ ਹੋ ਜੇ, ਭਜਨ ਬੰਦਗੀ ਵੱਲੋਂ, ਇਸ ਤੋਂ ਵੱਡਾ ਕੋਈ ਗਮ ਨਹੀਂ ਧਰਤੀ ਤੇ। ਆਖੋ ਸਤਿਨਾਮ। ਕਿੱਡੀਆਂ ਤਕੜੀਆਂ ਸੋਚਾਂ। ਅਸੀਂ ਗਮ ਕਿਹਨੂੰ ਗਿਣਨੇ ਤੇ ਰੱਬ ਦੇ ਪਿਆਰੇ ਗਮ ਕਿਹਨੂੰ ਗਿਣਦੇ? ਆ ਦੱਸਣਾ ਸੀ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਦੱਸੋ ਸਭ ਤੋਂ ਵੱਡਾ ਗਮ ਧਰਤੀ ਤੇ ਕਿਹੜਾ, ਤੇ ਸਭ ਤੋਂ ਵੱਡੀ ਖੁਸ਼ੀ ਕਿਹੜੀ? ਉਹ ਕਹਿੰਦੇ ਜੀ ਜਦੋਂ ਨਿਤਨੇਮ ਪਿਆ ਹੋਵੇ, ਸਿਮਰਨ ਕਰਨਾ ਹੈ, ਜੇ ਸੁਮਨੀ ਸਾਹਿਬ ਰਹਿੰਦੀ ਹੈ, ਬਾਣੀ ਪੜ੍ਹਨੀ ਰਹਿੰਦੀ ਹੈ, ਇਹਨਾਂ ਨੇਮ ਰਹਿੰਦਾ, ਤੇ ਮਨ ਗਫਲਤ ਕਰੇ, ਗਫਲਤ ਕਰੇ, ਇਸ ਤੋਂ ਵੱਡਾ ਬੰਦੇ ਲਈ ਗਮ ਕੋਈ ਨਹੀਂ। ਆਖੋ ਸਤਿਨਾਮ। ਤੇ ਭਾਈ ਨੰਦ ਲਾਲ ਜੀ ਕਹਿੰਦੇ, ਉਹ ਲਫ਼ਜ਼ ਲਿਖੇ ਮੁੜ 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 ਮੁੜ, ਭਗਤੀ ਦੀ ਯਾਦ ਵਿੱਚ ਮੁੜ 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 ਜੁੜ ਬੈਠਣ ਨੂੰ ਦਿਲ ਕਰੇ, ਤੇ ਸਮਝ ਲੋ ਤੇਰੇ ਵਾਸਤੇ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ। ਬੋਲੇ ਸਤਿ ਸ੍ਰੀ ਅਕਾਲ। ਸਾਡੀ ਸੋਚ, ਗੁਰੂ ਗੋਬਿੰਦ ਸਿੰਘ ਜੀ ਵੀ ਆਸ਼ਾ ਸ਼ਿਕਾਰ ਉੱਠੇ, ਕਹਿੰਦੇ ਵਾਹ 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 ਭਾਈ ਨੰਦ ਲਾਲ, ਕਮਾਲ। ਵਾਕਈ ਅੱਜ ਸੰਗਤ ਨੂੰ ਤੁਸੀਂ ਅਸਲੀ ਗਮ ਤੇ ਅਸਲੀ ਖੁਸ਼ੀ ਵਿਖਾਤੀ। ਆਖੋ ਸਤਿਨਾਮ। ਅਸਲੀ ਖੁਸ਼ੀ ਵਿਖਾਤੀ, ਅਸਲੀ ਗਮ ਵਿਖਾਤੀ। ਉੱਥੇ ਆ ਜਾਈਏ, ਧੰਨ ਗੁਰੂ ਤੇਗ ਬਹਾਦਰ ਜੀ ਅੱਜ 44ਵਾਂ ਸ਼ਲੋਕ ਉਹਦੇ ਅਰਥ ਹੋ ਰਹੇ ਨੇ। ਉਹ ਵੀ ਕਹਿੰਦੇ ਨੇ, ਏਕ ਭਗਤ ਭਗਵਾਨ ਜੇ ਪ੍ਰਾਨੀ ਕੇ ਨਾਏ ਮਨ। ਜੇ ਤੇਰਾ ਭਗਤੀ ਵੱਲ ਧਿਆਨ ਹੀ ਨਹੀਂ ਗਿਆ, ਭਗਵਾਨ ਦੀ ਬੰਦਗੀ ਵੱਲ, ਨਿਤਨੇਮ ਵੱਲ, ਸਿਮਰਨ ਵੱਲ, ਇਸ ਪਾਸੇ ਤੇਰਾ ਮਨ ਹੀ ਨਹੀਂ ਗਿਆ, ਗਫਲਤ ਕਰੀ ਗਿਆ। ਜੈਸੇ ਸੂਕਰ ਸੁਆਨ, ਇਹ ਫਿਰ ਥੋੜੇ ਜਿਹੇ ਸਖਤ ਲਫ਼ਜ਼ ਕਹੇ ਆ। ਸੂਕਰ ਕਹਿੰਦੇ ਸੂਰ ਨੂੰ, ਸੁਆਨ ਕਹਿੰਦੇ ਕੁੱਤੇ ਨੂੰ। ਕਹਿੰਦੇ ਫਿਰ ਉਹਨਾਂ ਵਰਗੀ ਜੂਨ ਹੈ ਤੇਰੀ। ਆਖੋ ਸਤਿਨਾਮ। ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹੇ ਤਨ, ਤੇਰਾ ਤਨ ਫਿਰ ਸੂਰ ਤੇ ਕੁੱਤੇ ਵਰਗਾ। ਆਖੋ ਸਤਿਨਾਮ। ਜੇ ਉਹਦੇ ਖਿਆਲ ਬੰਦਗੀ ਵੱਲ ਨਹੀਂ ਗਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਅੱਜ ਉਹਨਾਂ ਦੇ 44ਵੇਂ ਸ਼ਲੋਕ ਦੇ ਅਰਥਾਂ ਨੂੰ ਕੁਝ ਭਾਈ ਨੰਦ ਲਾਲ ਜੀ ਦੀ ਲਿਖਤ ਦਾ ਸਹਾਰਾ ਲੈ ਕੇ ਕੁਝ ਹੋਰ ਖੋਲਣ ਦਾ ਯਤਨ ਕੀਤਾ। ਹਾਜ਼ਰੀ ਪ੍ਰਵਾਨ ਕਰਿਓ। ਇੱਕ ਵਾਰੀ ਬੋਲੋ ਪਿਆਰ ਦੇ ਨਾਲ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ। ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ। ਜਾਈਏ ਬਲ ਬਲ ਜਾਈਏ ਜਾਈਏ, ਬਲ ਬਲ ਜਾਈਏ, ਜਾਈਏ ਬਲ ਬਲ ਜਾਈਏ। ਬੋਲੇ